My dear students of 10th class, today I am going to tell you about simple sentence, compound sentence, and complex sentences. First of all, we must know what is sentence. A sentence is a group of words that are put together to mean something. A sentence is the basic unit of language which expresses a complete thought. ਸੋ ਬੱਚਿਓ ਸੈਂਟੈਂਸ ਨੂੰ ਪੰਜਾਬੀ ਦੇ ਵਿੱਚ ਆਪਾਂ ਵਾਕ ਕਹਿੰਦੇ ਆ। ਤਾਂ ਸੈਂਟੈਂਸ ਕੀ ਹੁੰਦਾ? ਸ਼ਬਦਾਂ ਦਾ ਸਮੂਹ ਹੁੰਦਾ ਜਿਹਦਾ ਕੋਈ ਅਰਥ ਨਿਕਲਦਾ। ਜੇਕਰ ਕਿਸੇ ਸ਼ਬਦਾਂ ਦੇ ਸਮੂਹ ਦਾ ਕੋਈ ਅਰਥ ਨਹੀਂ ਨਿਕਲਦਾ ਤਾਂ ਉਸ ਨੂੰ ਅਸੀਂ ਸੈਂਟੈਂਸ ਨਹੀਂ ਕਹਾਂਗੇ। ਫਾਰ ਐਗਜ਼ਾਮਪਲ, ਹੀ ਇਜ਼ ਵਾਕਿੰਗ, ਉਹ ਚੱਲ ਰਿਹਾ ਹੈ। ਆਈ ਲਵ ਮਾਈ ਕੰਟਰੀ, ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਇਹਨਾਂ ਦਾ ਅਰਥ ਨਿਕਲਿਆ ਆ, ਇਹਨਾਂ ਨੂੰ ਅਸੀਂ ਸੈਂਟੈਂਸ ਕਵਾਂਗੇ। A complete sentence has at least a subject and a main verb to state a complete thought. ਪੂਰਾ ਵਾਕ ਅਸੀਂ ਉਸ ਨੂੰ ਕਵਾਂਗੇ ਜਿਹਦੇ ਵਿੱਚ ਸਬਜੈਕਟ ਤੇ ਮੇਨ ਵਰਬ, ਇੱਕ ਸਬਜੈਕਟ ਤੇ ਇੱਕ ਮੇਨ ਵਰਬ ਜ਼ਰੂਰ ਹੋਵੇ ਜੋ ਉਸ ਦੇ ਅਰਥ ਨੂੰ ਚੰਗੀ ਤਰ੍ਹਾਂ ਸਾਨੂੰ ਸਮਝਾ ਸਕੇ। ਸ਼ਾਰਟ ਐਗਜ਼ਾਮਪਲ, ਸ਼ੀ ਵਾਕਸ, ਉਹ ਚੱਲਦੀ ਹੈ। ਇਸ ਦਾ ਅਰਥ ਨਿਕਲਦਾ ਹੈ। ਸ਼ੀ ਇਜ਼ ਅ ਸਬਜੈਕਟ, ਵਾਕਸ ਇਜ਼ ਅ ਵਰਬ ਇਨ ਦਿਸ ਸੈਂਟੈਂਸ। ਸ਼ੀ ਜਿਹੜਾ ਸਬਜੈਕਟ ਹੈ, ਸਬਜੈਕਟ ਕੀ ਹੁੰਦਾ? ਕਰਤਾ, ਜੋ ਕੰਮ ਕਰਦਾ, ਜੋ ਕਿਰਿਆ ਨੂੰ ਕਰਦਾ ਆ। ਅਤੇ ਕਿਰਿਆ ਕਿਹੜੀ ਆ? ਵਾਕ ਯਾਨੀ ਵਰਬ, ਯਾਨੀ ਐਕਸ਼ਨ ਵਰਡ। ਚੱਲਣਾ ਵਰਬ ਆ। ਤਾਂ ਆਪਾਂ ਕੀ ਦੇਖਦੇ ਹਾਂ ਵੀ ਇੱਕ ਸੈਂਟੈਂਸ ਦੇ ਵਿੱਚ ਜਿਹਦਾ ਕੋਈ ਅਰਥ ਨਿਕਲਦਾ ਆ, ਉਹਦੇ ਵਿੱਚ ਇੱਕ ਸਬਜੈਕਟ ਹੋਏਗਾ ਅਤੇ ਇੱਕ ਵਰਬ ਜ਼ਰੂਰ ਹੋਏਗੀ। A subject is the noun that is doing the main verb. Subject noun ਹੋਊਗਾ ਜੋ ਮੁੱਖ ਕਿਰਿਆ ਕਰ ਰਿਹਾ ਹੋਊਗਾ। The main verb is the verb that the subject is doing. ਤਾਂ ਮੁੱਖ ਕਿਰਿਆ ਕੀ ਹੋਊਗੀ? ਉਹ ਕਿਰਿਆ ਹੋਊਗੀ ਜਿਸ ਨੂੰ ਕਰਤਾ ਕਰ ਰਿਹਾ ਹੋਵੇਗਾ। ਸੋ ਸੈਂਟੈਂਸ ਕੀ ਆ? ਜਿਹਦੇ ਵਿੱਚ ਇੱਕ ਘੱਟੋ ਘੱਟ ਇੱਕ ਸਬਜੈਕਟ ਹੋਵੇ ਅਤੇ ਵਰਬ ਹੋਵੇ ਅਤੇ ਜਿਸ ਦਾ ਅਰਥ ਨਿਕਲਦਾ ਹੋਵੇ ਅਤੇ ਸ਼ਬਦਾਂ ਦਾ ਸਮੂਹ ਹੋਵੇ, ਗਰੁੱਪ ਆਫ ਵਰਡਸ ਹੋਵੇ, ਉਹਨੂੰ ਅਸੀਂ ਸੈਂਟੈਂਸ ਕਹਾਂਗੇ। ਅੱਗੇ ਅਸੀਂ ਕਿਉਂਕਿ ਅਸੀਂ ਸੈਂਟੈਂਸ ਦੇ 3 ਤਰ੍ਹਾਂ ਦੇ ਸੈਂਟੈਂਸ ਕਰ ਰਹੇ ਹਾਂ, ਸਿੰਪਲ, ਕੰਪਾਊਂਡ ਅਤੇ ਕੰਪਲੈਕਸ। ਤਾਂ ਇਹਦੇ ਵਾਸਤੇ ਸਾਨੂੰ ਕਲੌਜ਼ ਦਾ ਪਤਾ ਹੋਣਾ ਵੀ ਜ਼ਰੂਰੀ ਵੀ ਕਲੌਜ਼ ਕੀ ਹੁੰਦੀ ਹੈ। ਆਮ ਤੌਰ 'ਤੇ ਬੱਚੇ ਇਸ ਵਿੱਚ ਬਹੁਤ ਕਨਫਿਊਜ਼ ਹੋ ਜਾਂਦੇ ਆ ਵੀ ਕਲੌਜ਼ ਅਤੇ ਸੈਂਟੈਂਸ ਵਿੱਚ ਕੀ ਫਰਕ ਆ। ਕਲੌਜ਼ਿਜ਼ ਆਰ ਗਰੁੱਪਸ ਆਫ ਵਰਡਸ ਦੈਟ ਕੰਟੇਨ ਏ ਸਬਜੈਕਟ ਐਂਡ ਵਰਬ। ਕਲੌਜ਼ਿਜ਼ ਕੀ ਆ? ਸ਼ਬਦਾਂ ਦਾ ਸਮੂਹ ਆ ਜਿਹਦੇ ਵਿੱਚ ਸਬਜੈਕਟ ਵੀ ਹੋਏਗਾ ਅਤੇ ਵਰਬ ਵੀ ਹੋਏਗੀ। ਇਹ ਕਲੌਜ਼ is a group of word containing a subject and predicate। ਤਾਂ ਕਲੌਜ਼ ਕੀ ਆ? ਗਰੁੱਪ ਆਫ ਵਰਡ ਹੋਊਗਾ ਜਿਹਦੇ ਵਿੱਚ ਸਬਜੈਕਟ ਅਤੇ ਪ੍ਰੈਡੀਕੇਟ। ਹੁਣ ਪ੍ਰੈਡੀਕੇਟ ਇੱਕ ਨਵਾਂ ਸ਼ਬਦ ਆ ਗਿਆ, ਤਾਂ ਸਬਜੈਕਟ ਨੂੰ ਛੱਡ ਕੇ ਜੋ ਵਾਕ ਦਾ ਬਾਕੀ ਹਿੱਸਾ ਹੁੰਦਾ ਉਸ ਨੂੰ ਅਸੀਂ ਪ੍ਰੈਡੀਕੇਟ ਕਹਿ ਦਿੰਦੇ ਹਾਂ। ਜਿਵੇਂ ਸਬਜੈਕਟ, ਵਰਬ ਅਤੇ ਓਬਜੈਕਟ ਹੁੰਦੀ ਆ, ਅਤੇ ਸਬਜੈਕਟ ਨੂੰ ਅਲੱਗ ਕਰ ਦਾਂਗੇ ਅਤੇ ਵਰਬ ਤੋਂ ਅੱਗੇ ਲੈ ਕੇ ਲਾਸਟ ਤੱਕ ਜੋ ਓਬਜੈਕਟ ਉਸ ਨੂੰ ਅਸੀਂ ਪ੍ਰੈਡੀਕੇਟ ਕਹਿ ਸਕਦੇ ਹਾਂ। ਐਂਡ ਫੰਕਸ਼ਨਿੰਗ ਐਜ਼ ਏ ਮੈਂਬਰ ਆਫ ਕੰਪਲੈਕਸ ਔਰ ਕੰਪਾਊਂਡ ਸੈਂਟੈਂਸ। ਇਹਨਾਂ ਦਾ ਮੁੱਖ ਜਿਹੜਾ ਸਾਨੂੰ ਇਸਤੇਮਾਲ ਉਦੋਂ ਸਮਝ 'ਚ ਆਉਂਦਾ ਜਦੋਂ ਅਸੀਂ ਕੰਪਾਊਂਡ ਅਤੇ ਕੰਪਲੈਕਸ ਸੈਂਟੈਂਸ ਦੀ ਗੱਲ ਕਰਦੇ। ਜਦੋਂ ਅਸੀਂ ਸਿੰਪਲ ਸੈਂਟੈਂਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਸਬਜੈਕਟ ਹੁੰਦਾ ਹੈ ਅਤੇ ਇੱਕ ਵਰਬ ਹੁੰਦੀ ਹੈ। ਠੀਕ ਹੈ ਨਾ? ਇਸ ਕਰਕੇ ਅਸੀਂ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਕਨਫਿਊਜ਼ ਨਹੀਂ ਹੁੰਦੇ। ਅਤੇ ਜਦੋਂ ਅਸੀਂ ਕੰਪਾਊਂਡ ਅਤੇ ਕੰਪਲੈਕਸ ਸੈਂਟੈਂਸ ਦੀ ਗੱਲ ਕਰਾਂਗੇ ਉਹਦੇ ਵਿੱਚ ਕਲੌਜ਼ ਦੀ ਸਾਨੂੰ ਲੋੜ ਪਵੇਗੀ। ਐਗਜ਼ਾਮਪਲ, ਆਈ ਗ੍ਰੈਜੂਏਟਿਡ ਲਾਸਟ ਈਅਰ, ਮੈਂ ਪਿਛਲੇ ਸਾਲ ਗ੍ਰੈਜੂਏਟ ਹੋ ਗਿਆ ਸੀ। ਇਹਦੇ ਵਿੱਚ ਕੀ ਹੈ? ਇੱਕ ਕਲੌਜ਼ ਆ। ਇੱਕ ਕਲੌਜ਼ ਕਿਵੇਂ? ਆਈ ਸਬਜੈਕਟ ਹੈ, ਗ੍ਰੈਜੂਏਟ ਵਰਬ ਆ। ਠੀਕ ਹੈ। ਵੈਨ ਆਈ ਕੇਮ ਹੇਅਰ, ਜਦੋਂ ਮੈਂ ਇੱਥੇ ਆਇਆ। ਆਈ ਸਾ ਹਿਮ, ਮੈਂ ਉਸ ਨੂੰ ਦੇਖਿਆ।
आई केम, आई सब्जैक्ट, केम वर्ब, एक सब्जैक्ट ते एक वर्ब होगी। आई सा एक सब्जैक्ट ते एक वर्ब होगी, यानी ये की है दो क्लॉजिज है। तीसरा सेंटेंस, वन आई कैम हेयर, जो मैं इत्थे आया, आई सा हिम, मैं उसनू देखा, एंड ग्रीटिड हिम, तो उसनू बधाई दी, एंड ही ग्रीटिड मी, उसने मैनू बधाई दी। हुण तीन चीज़ां देखो, पहले देखो वैन आई केम हेयर, आई सब्जैक्ट आ, केम वर्ब आ, फिर आई सा हिम, आई सब्जैक्ट आ, सा वर्ब आ, एंड ही ग्रीटिड मी, ही सब्जैक्ट आ, ग्रीटिड वर्ब आ। सो ये तीन क्लॉजिज है। सो क्लॉज तो असी की भाव लवांगे, क्लॉज की आ, उसनू असी ग्रुप ऑफ वर्ड्स कहांगे, वो एक सब्जैक्ट ते एक वर्ब होएगी। हुण डिफरेंस की है सेंटेंस ते क्लॉज दे विच, बहुत रेयर थोड़ा जिहा डिफरेंस हैगा। सिर्फ इन्ना फर्क हुंदा भी क्लॉज का जिहड़ा मीनिंग है वो क्लीयर नहीं हुंदा, सेंटेंस का मीनिंग ऑलरेडी क्लीयर हुंदा, तकरीबन पूरा सानू समझ आउंदा है। ही लाफ्स, इट इज़ ए क्लॉज, ही लाफ्स, वो हसदा है, ਇਹਨੂੰ ਅਸੀਂ क्लॉज कहांगे। कई बार ਇਹਨੂੰ ਅਸੀਂ एज ए सेंटेंस भी यूज़ कर लेंगे, सिंपल सेंटेंस, बट मोस्टली ये क्लॉज है। किवें है, बिकॉज इट्स मीनिंग इज़ पार्शल, ਇਹਦਾ मीनिंग क्लीयर नहीं है, नॉट कंप्लीट नहीं है। वो हसदा है, किहड़ी गल्लों हसदा है, कदों हसदा, क्यों हसदा है ना, ये चीज़ां। एवरी क्लॉज मस्ट हैव ए सब्जैक्ट एंड वर्ब, हरेक क्लॉज का सब्जैक्ट ते वर्ब होना जरूरी है। सैकेंड सेंटेंस देखिए, आई रिमेंबर वट यू सैड यस्टरडे, आई रिमेंबर, आई सब्जैक्ट, रिमेंबर वर्ब, वट यू सैड, यू सब्जैक्ट ते सैड वर्ब। देखो दो सब्जैक्ट आ ते दो ही वर्ब है इस सेंटेंस दे विच। इन दिस सेंटेंस देर आर टू क्लॉजिज, इस सेंटेंस दे विच दो क्लॉजिज है। इन फर्स्ट सेंटेंस आई इज ए सब्जैक्ट एंड रिमेंबर इज ए वर्ब, इन सैकेंड सेंटेंस यू इज ए सब्जैक्ट एंड सैड इज ए वर्ब। ठीक है ना। हुण इहदे विच दो क्लॉजिज आ, पर यह सेंटेंस एक आ, ਅਸੀਂ ਇਹਨੂੰ ਦੋ ਅਲੱਗ-ਅਲੱਗ ਸੈਂਟੈਂਸ ਨਹੀਂ ਕਹਾਂਗੇ, ਇਹ ਸੈਂਟੈਂਸ ਇੱਕ ਆ, ਕਲੌਜ਼ ਦੋ ਹੈਗੀਆਂ, ਕਲੌਜ਼ਿਸ ਤਿੰਨ ਵੀ ਹੋ ਸਕਦੀਆਂ, ਆਪਾਂ ਪਿੱਛੇ ਕੀਤੀਆਂ ਚਾਰ ਵੀ ਹੋ ਸਕਦੀਆਂ, ਪਰ ਸੈਂਟੈਂਸ ਇੱਕ ਹੀ ਹੋਏਗਾ। ਇਹ ਕਲੌਜ਼ ਤੇ ਸੈਂਟੈਂਸ ਦੇ ਵਿੱਚ ਫਰਕ ਹੈ। ਫਰਕ ਕੀ ਹੈ, ਕਲੌਜ਼ ਦਾ ਮੀਨਿੰਗ ਪੂਰਾ ਕੰਪਲੀਟ ਨਹੀਂ ਹੁੰਦਾ, ਸੈਂਟੈਂਸ ਦਾ ਮੀਨਿੰਗ ਕੰਪਲੀਟ ਹੁੰਦਾ ਆ, ਪੂਰਾ ਸਾਨੂੰ ਸਮਝ ਲੱਗਦਾ ਵੀ ਕੀ ਕਹਿਣਾ ਚਾਹ ਰਹੇ ਇਸ ਸੈਂਟੈਂਸ ਦੇ ਵਿੱਚ। ਸੋ ਇਹ ਡਿਫਰੈਂਸ ਹੈਗਾ ਕਲੌਜ਼ ਤੇ ਸੈਂਟੈਂਸ ਦੇ ਵਿੱਚ। ਤੇ ਦੇਖੋ ਸੈਂਟੈਂਸ ਜਿਹੜਾ ਆ ਉਹਦੇ ਵਿੱਚ ਕਈ ਕਲੌਜ਼ਿਸ ਹੋ ਸਕਦੀਆਂ, ਪਰ ਕਿਸੇ ਇੱਕ ਕਲੌਜ਼ ਦੇ ਵਿੱਚ ਪੂਰਾ ਸੈਂਟੈਂਸ ਨਹੀਂ ਹੋ ਸਕਦਾ। ਕਲੌਜ਼ ਜਿਹੜਾ ਆ ਸੈਂਟੈਂਸ ਦਾ ਹਿੱਸਾ ਹੋ ਸਕਦਾ ਆ, ਪਰ ਸੈਂਟੈਂਸ ਕਲੌਜ਼ ਦਾ ਹਿੱਸਾ ਨਹੀਂ ਹੋ ਸਕਦਾ, ਇਸ ਗੱਲ ਨੂੰ ਯਾਦ ਰੱਖੋ। ਹੁਣ ਕਲੌਜ਼ਿਸ ਦੇ ਵਿੱਚ ਅੱਗੇ ਫਿਰ ਫਰਦਰ ਕੁਛ ਕਲੌਜ਼ਿਸ ਆਉਂਦੀਆਂ, ਉਹਨੂੰ ਵੀ ਜਾਣਨਾ ਸਾਡੇ ਲਈ ਜ਼ਰੂਰੀ ਹੈ। ਪਹਿਲੀ ਕਲੌਜ਼ ਹੈਗੀ ਇੰਡੀਪੈਂਡੈਂਟ ਕਲੌਜ਼। ਇੰਡੀਪੈਂਡੈਂਟ ਕਲੌਜ਼, ਉਹਨੂੰ ਅਸੀਂ ਪ੍ਰਿੰਸੀਪਲ ਕਲੌਜ਼ ਵੀ ਕਹਿੰਦੇ ਹਾਂ, ਯਾਨੀ ਇੱਕੋ ਚੀਜ਼ ਦੇ ਦੋ ਨਾਂ ਆ। ਉਹਨੂੰ ਅਸੀਂ ਕਈ ਵਾਰੀ ਮੇਨ ਕਲੌਜ਼ ਵੀ ਕਹਿ ਦਿੰਦੇ ਹਾਂ, ਤੀਸਰਾ ਨਾਮ ਹੀ ਇਹਦੇ 'ਚ ਆ ਜਾਂਦਾ। ਇੰਡੀਪੈਂਡੈਂਟ ਕਲੌਜ਼, ਪ੍ਰਿੰਸੀਪਲ ਕਲੌਜ਼, ਮੇਨ ਕਲੌਜ਼, ਤਿੰਨੇ ਇੱਕੋ ਚੀਜ਼ਾਂ ਆ। ਹੁਣ ਕੀ ਹੈ ਅੱਗੇ, as its name indicates, an independent clause can stand on its own as a sentence। ਜਿਵੇਂ ਕਿ ਨਾਂ ਤੋਂ ਹੀ ਕਲੀਅਰ ਹੈ, ਇੰਡੀਪੈਂਡੈਂਟ ਮਤਲਬ ਆਜ਼ਾਦ, ਮੇਨ ਮਤਲਬ ਮੁੱਖ, ਪ੍ਰਿੰਸੀਪਲ ਜਿਵੇਂ ਆਪਾਂ ਸਕੂਲ 'ਚ ਗੱਲ ਕਰੀਏ ਜਾਂ ਵੀ ਇੱਕ ਪ੍ਰਿੰਸੀਪਲ ਹੈ ਉਹ ਸਾਰਿਆਂ ਨੂੰ ਕੰਟਰੋਲ ਕਰਦਾ ਨਾ, ਉਹ ਇੱਕ ਤਰ੍ਹਾਂ ਦਾ ਆਪਣੇ ਆਪ ਦੇ ਵਿੱਚ ਸੁਤੰਤਰ ਚੀਜ਼ ਆ। ਤਾਂ ਕੀ ਹੋਊਗਾ, ਜਿਵੇਂ ਨਾਂ ਹੀ ਤੋਂ ਹੀ ਪਤਾ ਲੱਗਦਾ ਵੀ ਇੰਡੀਪੈਂਡੈਂਟ ਕਲੌਜ਼ ਜਿਹੜੀ ਆ ਉਹ ਆਜ਼ਾਦ ਆ, ਇੱਕ ਤਰ੍ਹਾਂ ਦਾ ਕੰਪਲੀਟ ਸੈਂਟੈਂਸ ਆ। ਇਟ ਹੈਜ਼ ਏ ਸਬਜੈਕਟ ਐਂਡ ਵਰਬ, ਇਹਦਾ ਵੀ ਇੱਕ ਸਬਜੈਕਟ ਹੋਊਗਾ, ਇੱਕ ਵਰਬ ਹੋਊਗਾ। ਐਂਡ ਇਟ ਐਕਸਪ੍ਰੈਸਿਜ਼ ਏ ਕੰਪਲੀਟ ਥੋਟ, ਇਹਦੇ ਵਿੱਚ ਕੰਪਲੀਟ ਮੀਨਿੰਗ, ਕੰਪਲੀਟ ਥੋਟ ਜਿਹੜਾ ਸਾਨੂੰ ਐਕਸਪ੍ਰੈਸ ਕੀਤਾ ਜਾਊਗਾ। ਐਨ ਇੰਡੀਪੈਂਡੈਂਟ ਕਲੌਜ਼ ਬਾਈ ਇਟਸੈਲਫ ਇਜ਼ ਕਾਲਡ ਏ ਸਿੰਪਲ ਸੈਂਟੈਂਸ। ਜਿਹੜਾ ਇੰਡੀਪੈਂਡੈਂਟ ਕਲੌਜ਼ ਹੈ ਉਹਨੂੰ ਅਸੀਂ ਸਿੰਪਲ ਸੈਂਟੈਂਸ ਵੀ ਕਹਿ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਕੀ ਆ, ਜਿਹੜਾ ਸਾਡੇ ਕੋਲ ਇੰਡੀਪੈਂਡੈਂਟ ਕਲੌਜ਼ ਆ, ਜਿਹੜਾ ਸਾਡੇ ਕੋਲ ਪ੍ਰਿੰਸੀਪਲ ਕਲੌਜ਼ ਆ, ਜਿਹੜਾ ਸਾਡੇ ਕੋਲ ਮੇਨ ਕਲੌਜ਼ ਆ, ਉਹ ਇੱਕ ਤਰ੍ਹਾਂ ਦਾ ਸਿੰਪਲ ਸੈਂਟੈਂਸ ਆ ਜਿਹਦਾ ਕੰਪਲੀਟ ਮੀਨਿੰਗ ਨਿਕਲਦਾ ਆ।
ਇਸ ਗੱਲ ਨੂੰ ਦਿਮਾਗ 'ਚ ਬਿਠਾਉਣਾ ਪਏਗਾ। ਐਗਜ਼ਾਮਪਲ ਦੇਖਦੇ ਹਾਂ। ਆਈ ਲਾਈਕ ਮੈਂਗੋ ਸ਼ੇਕ, ਆਈ ਡੂ ਨਾਟ ਲਾਈਕ ਡਾਰਕ ਚਾਕਲੇਟ। ਇਹਨਾਂ ਦਾ ਕੰਪਲੀਟ ਮੀਨਿੰਗ ਨਿਕਲਦਾ, ਮੈਨੂੰ ਆਹ ਚੀਜ਼ ਪਸੰਦ ਆ, ਮੈਨੂੰ ਆਹ ਚੀਜ਼ ਨਹੀਂ ਪਸੰਦ ਆ। ਅੱਗੇ ਅਸੀਂ ਗੱਲ ਕਰਾਂਗੇ ਡਿਪੈਂਡੈਂਟ ਕਲੌਜ਼ ਦੀ। ਜਿਵੇਂ ਉੱਥੇ ਇੰਡੀਪੈਂਡੈਂਟ ਕਲੌਜ਼ ਸੀ, ਇੱਥੇ ਡਿਪੈਂਡੈਂਟ ਆ। ਡਿਪੈਂਡ ਮਤਲਬ ਕਿਸੇ 'ਤੇ ਨਿਰਭਰ ਹੋਣਾ, ਇੰਡੀਪੈਂਡੈਂਟ ਮਤਲਬ ਆਜ਼ਾਦ ਹੋਣਾ, ਪੂਰੀ ਤਰ੍ਹਾਂ ਆਪਣੇ ਆਪ ਦੇ ਵਿੱਚ ਹਰੇਕ ਕੰਮ ਕਰਨ ਦੇ ਸક્ષਮ ਹੋਣਾ। ਅਤੇ ਡਿਪੈਂਡੈਂਟ ਮਤਲਬ ਅਸੀਂ ਕਿਸੇ 'ਤੇ ਨਿਰਭਰ ਹੈਗਾ, ਅਸੀਂ ਆਪਣਾ ਫੈਸਲਾ ਜਾਂ ਆਪਣਾ ਕੰਮ ਜਿਹੜਾ ਆਪ ਨਹੀਂ ਕਰ ਸਕਦੇ। ਅਤੇ ਇਹਦਾ ਇੱਕ ਹੋਰ ਨਾਂ ਹੈਗਾ ਸਬਆਰਡੀਨੇਟ ਕਲੌਜ਼। ਜਿਵੇਂ ਉੱਥੇ ਪ੍ਰਿੰਸੀਪਲ ਕਲੌਜ਼ ਹੈ, ਇੱਥੇ ਸਬਆਰਡੀਨੇਟ ਕਲੌਜ਼ ਹੈਗਾ। ਆਲਦੋ ਡਿਪੈਂਡੈਂਟ ਕਲੌਜ਼ ਆਲਸੋ ਹੈਜ਼ ਏ ਸਬਜੈਕਟ ਐਂਡ ਏ ਵਰਬ। ਬੇਸ਼ੱਕ ਇਹਦਾ ਵੀ ਆਪਣਾ ਇੱਕ ਸਬਜੈਕਟ ਅਤੇ ਵਰਬ ਹੁੰਦਾ। ਇਹ ਡਿਪੈਂਡੈਂਟ ਕਲੌਜ਼ ਇਜ਼ ਨਾਟ ਏ ਕੰਪਲੀਟ ਸੈਂਟੈਂਸ, ਪਰ ਇਹ ਆਪਣੇ ਆਪ ਵਿੱਚ ਕੰਪਲੀਟ ਸੈਂਟੈਂਸ ਨਹੀਂ ਹੁੰਦਾ। ਇਟਸ ਓਨਲੀ ਪਾਰਟ ਆਫ ਸੈਂਟੈਂਸ, ਇਟ ਡਜ਼ਨਟ ਐਕਸਪ੍ਰੈਸ ਏ ਕੰਪਲੀਟ ਥੋਟ। ਇਹ ਸਿਰਫ ਸੈਂਟੈਂਸ ਦਾ ਇੱਕ ਹਿੱਸਾ ਹੁੰਦਾ, ਇਹਦਾ ਮੀਨਿੰਗ ਆਪਣੇ ਆਪ ਵਿੱਚ ਪੂਰਾ ਨਹੀਂ ਨਿਕਲਦਾ ਜਦ ਤੱਕ ਇਹ ਸੈਂਟੈਂਸ ਦੇ ਦੂਜੇ ਹਿੱਸੇ ਨੂੰ ਨਾਲ ਨਹੀਂ ਜੋੜਦਾ, ਤਦ ਤੱਕ ਇਹਦਾ ਆਪਣਾ ਮੀਨਿੰਗ ਪੂਰਾ ਨਹੀਂ ਨਿਕਲਦਾ। ਅਤੇ ਅਸੀਂ ਇਹਨੂੰ ਡਿਪੈਂਡੈਂਟ ਕਲੌਜ਼ ਕਹਿੰਦੇ ਹਾਂ। ਯਾਨੀ ਇਹ ਜੇ ਸੈਂਟੈਂਸ ਦੇ ਵਿੱਚ ਜਿਹੜਾ, ਜੇਕਰ ਅਸੀਂ ਡਿਪੈਂਡੈਂਟ ਕਲੌਜ਼ ਦੀ ਗੱਲ ਕਰਾਂਗੇ ਤਾਂ ਇਹ ਡਿਪੈਂਡ ਕਰੂਗਾ ਇੰਡੀਪੈਂਡੈਂਟ ਕਲੌਜ਼ ਦੇ ਉੱਤੇ। ਆਪਣੇ ਮੀਨਿੰਗ ਨੂੰ ਕੱਢਣ ਦੇ ਲਈ ਮੇਨ ਕਲੌਜ਼ ਦੇ ਉੱਤੇ ਡਿਪੈਂਡ ਕਰੂਗਾ। ਜਦ ਤੱਕ ਮੇਨ ਕਲੌਜ਼ ਇਹਦੇ ਨਾਲ ਨਹੀਂ ਜੁੜੂਗਾ, ਇਹਦਾ ਮੀਨਿੰਗ ਸਾਡੇ ਲਈ ਕਲੀਅਰ ਨਹੀਂ ਹੋਊਗਾ। ਐਗਜ਼ਾਮਪਲ ਦੇਖਦੇ ਹਾਂ। ਆਈ ਵਾਂਟ ਟੂ ਬੀ ਏ ਪ੍ਰੈਜ਼ੀਡੈਂਟ ਵੈਨ ਆਈ ਗਰੋ ਅਪ। ਹੁਣ ਇਹਦੇ ਵਿੱਚ ਤਾਂ ਆਪਾਂ ਦੇਖਾਂਗੇ ਵੀ ਸਾਡਾ ਡਿਪੈਂਡੈਂਟ ਕਲੌਜ਼ ਕਿਹੜਾ ਹੈ, ਵੈਨ ਆਈ ਗਰੋ ਅਪ। ਜਿਹੜਾ ਵੈਨ ਆਈ ਗਰੋ ਅਪ ਆ, ਇਹ ਸਾਡਾ ਡਿਪੈਂਡੈਂਟ ਕਲੌਜ਼ ਹੈ। ਆਈ ਵਾਂਟ ਟੂ ਬੀ ਪ੍ਰੈਜ਼ੀਡੈਂਟ, ਇਹ ਸਾਡਾ ਇੰਡੀਪੈਂਡੈਂਟ ਕਲੌਜ਼ ਹੈ, ਇਹ ਪ੍ਰਿੰਸੀਪਲ ਕਲੌਜ਼ ਆ। ਅਤੇ ਵੈਨ ਆਈ ਗਰੋ ਅਪ, ਇਹ ਸਾਡਾ ਡਿਪੈਂਡੈਂਟ ਕਲੌਜ਼ ਆ, ਸਬਆਰਡੀਨੇਟ ਕਲੌਜ਼ ਆ। ਹੁਣ ਜੇ ਆਪਾਂ ਕਹਾਂਗੇ ਵੈਨ ਆਈ ਗਰੋ ਅਪ, ਜਦੋਂ ਮੈਂ ਵੱਡਾ ਹੋਊਂਗਾ, ਕੀ ਇਹਦਾ ਕੋਈ ਅਰਥ ਨਿਕਲਦਾ? ਨਹੀਂ ਨਿਕਲਦਾ ਇਹਦਾ। ਇਸ ਕਰਕੇ ਅਸੀਂ ਇਹਨੂੰ ਡਿਪੈਂਡੈਂਟ ਕਲੌਜ਼ ਕਹਾਂਗੇ। ਦੂਜਾ ਦੇਖਾਂਗੇ, ਆਈ ਵਾਂਟ ਟੂ ਬੀ, ਮੈਂ ਪ੍ਰੈਜ਼ੀਡੈਂਟ ਬਣਨਾ ਚਾਹੁੰਦਾ ਹਾਂ, ਇਹਦਾ ਅਰਥ ਦੇਖੋ ਕੰਪਲੀਟ ਨਿਕਲਦਾ ਆ। ਇਸ ਕਰਕੇ ਅਸੀਂ ਇਹਨੂੰ ਇੰਡੀਪੈਂਡੈਂਟ ਕਲੌਜ਼ ਜਾਂ ਪ੍ਰਿੰਸੀਪਲ ਕਲੌਜ਼ ਕਹਾਂਗੇ। ਸੈਕਿੰਡ ਸੈਂਟੈਂਸ ਦੇਖਦੇ ਹਾਂ। ਵੈਨ ਆਈ ਗਰੋ ਅਪ, ਜਦੋਂ ਮੈਂ ਵੱਡਾ ਹੋਵਾਂਗਾ, ਆਈ ਵਾਂਟ ਟੂ ਬੀ ਏ ਫਾਇਰ ਫਾਈਟਰ, ਤਾਂ ਮੈਂ ਅੱਗ ਬੁਝਾਉਣ ਵਾਲੇ ਵਿਅਕਤੀ ਦੇ ਤੌਰ 'ਤੇ ਕੰਮ ਕਰਾਂਗਾ। ਹੁਣ ਇਹਦੇ ਵਿੱਚ ਵੀ ਦੇਖੋ ਵੈਨ ਆਈ ਗਰੋ ਅਪ ਜਿਹੜਾ ਆ, ਇਹ ਡਿਪੈਂਡੈਂਟ ਕਲੌਜ਼ ਆ। ਜਦੋਂ ਮੈਂ ਵੱਡਾ ਹੋਵਾਂਗਾ, ਜੇਕਰ ਕੋਈ ਕਵੇ ਤੁਹਾਨੂੰ ਜਦੋਂ ਮੈਂ ਵੱਡਾ ਹੋਵਾਂਗਾ, ਤਾਂ ਸਾਨੂੰ ਉਹਦਾ ਅਰਥ ਨਹੀਂ ਪਤਾ ਲੱਗੂਗਾ ਵੀ ਉਹ ਕੀ ਕਹਿਣਾ ਚਾਹੁੰਦਾ, ਉਹਦਾ ਕੀ ਮਤਲਬ ਹੈਗਾ। ਇਸ ਕਰਕੇ ਇਹ ਡਿਪੈਂਡੈਂਟ ਕਲੌਜ਼ ਹੈਗਾ। ਹੁਣ ਅੱਗੇ ਦੇਖੋ, ਆਈ ਵਾਂਟ ਟੂ ਬੀ ਏ ਫਾਇਰ ਫਾਈਟਰ, ਮੈਂ ਫਾਇਰ ਫਾਈਟਰ ਬਣਨਾ ਚਾਹੁੰਦਾ ਹਾਂ, ਇਹਦਾ ਮੀਨਿੰਗ ਸਪਸ਼ਟ ਆ, ਕੰਪਲੀਟ ਆ। ਤਾਂ ਇਹ ਕੀ ਆ? ਪ੍ਰਿੰਸੀਪਲ ਕਲੌਜ਼ ਆ। ਇਹ ਪ੍ਰਿੰਸੀਪਲ ਕਲੌਜ਼ ਆ, ਇਹਨੂੰ ਅਸੀਂ ਇੰਡੀਪੈਂਡੈਂਟ ਕਲੌਜ਼ ਕਹਾਂਗੇ, ਇਹਨੂੰ ਅਸੀਂ ਮੇਨ ਕਲੌਜ਼ ਕਹਾਂਗੇ। ਤਾਂ ਬੱਚੇ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਇੱਕ ਡਿਪੈਂਡੈਂਟ ਕਲੌਜ਼ ਹੈ, ਇੱਕ ਇੰਡੀਪੈਂਡੈਂਟ ਕਲੌਜ਼ ਹੈ। ਉਹਨਾਂ ਦੇ ਕੁਛ ਨਾਂ ਹੋਰ ਵੀ ਹੈਗੇ, ਉਹ ਵੀ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਅੱਗੇ ਆਪਾਂ ਹੁਣ ਮੇਨ ਜੋ ਸਾਡਾ ਟਾਰਗੇਟ ਹੈਗਾ ਵੀ ਸੈਂਟੈਂਸ, ਸਿੰਪਲ ਸੈਂਟੈਂਸ ਕੀ ਹੁੰਦਾ। A simple sentence in grammar has only one main or independent clause and no dependent or subordinate clause. ਹੁਣ ਜਿਹੜਾ ਸਿੰਪਲ ਸੈਂਟੈਂਸ ਹੋਊਗਾ, ਉਹਦੇ ਵਿੱਚ ਇੱਕ ਮੇਨ ਕਲੌਜ਼ ਹੋਊਗੀ, ਇੱਕ ਇੰਡੀਪੈਂਡੈਂਟ ਕਲੌਜ਼ ਹੋਊਗੀ, ਇੱਕ ਪ੍ਰਿੰਸੀਪਲ ਕਲੌਜ਼ ਹੋਊਗੀ। ਇਹ ਤਿੰਨੇ ਚੀਜ਼ਾਂ ਹੀ ਇੱਕ ਆ, ਇੱਕ ਦਾ ਹੀ ਨਾਂ ਆ। ਯਾਨੀ ਇਹ ਤਿੰਨੇ ਚੀਜ਼ਾਂ ਜਿਹੜੀਆਂ ਅਲੱਗ-ਅਲੱਗ ਨਹੀਂ ਹੈਗੀਆਂ, ਤਿੰਨਾਂ ਨੂੰ ਅਸੀਂ ਇੱਕੋ ਹੀ ਕਹਿੰਦੇ ਹਾਂ। ਮੇਨ ਕਲੌਜ਼ ਵੀ ਉਹੀ ਆ, ਸਬਆਰਡੀਨੇਟ ਇੰਡੀਪੈਂਡੈਂਟ ਕਲੌਜ਼ ਵੀ ਉਹੀ ਹੈ, ਅਤੇ ਪ੍ਰਿੰਸੀਪਲ ਕਲੌਜ਼ ਵੀ ਉਹੀ। ਅਤੇ ਉਹ ਇੱਕ ਹੋਊਗੀ ਕਿਹਦੇ ਵਿੱਚ? ਸਿੰਪਲ ਸੈਂਟੈਂਸ ਦੇ ਵਿੱਚ। ਅਤੇ ਇਹਦੇ ਵਿੱਚ ਕੋਈ ਵੀ ਡਿਪੈਂਡੈਂਟ ਜਾਂ ਸਬਆਰਡੀਨੇਟ ਕਲੌਜ਼ ਨਹੀਂ ਹੋਊਗੀ। ਕੋਈ ਵੀ ਡਿਪੈਂਡੈਂਟ ਜਾਂ ਸਬਆਰਡੀਨੇਟ ਕਲੌਜ਼ ਨਹੀਂ ਹੋਊਗੀ ਸਿੰਪਲ ਸੈਂਟੈਂਸ ਦੇ ਵਿੱਚ, ਸਿਰਫ ਇੱਕੋ ਹੀ ਇੰਡੀਪੈਂਡੈਂਟ ਕਲੌਜ਼ ਹੋਊਗੀ। ਨੋਟਿਸ ਦੈਟ ਦੇਰ ਆਰ ਸਮ ਇੰਪੋਰਟੈਂਟ ਰਿਕੁਆਇਰਮੈਂਟਸ ਫਾਰ ਏ ਸਿੰਪਲ ਸੈਂਟੈਂਸ। ਕੁਛ ਚੀਜ਼ਾਂ ਜ਼ਰੂਰੀ ਹੈਗੀਆਂ ਸਿੰਪਲ ਸੈਂਟੈਂਸ ਦੇ ਲਈ। ਕਿਹੜੀਆਂ? ਦੇਖੋ, ਮਸਟ ਹੈਵ ਏ ਸਬਜੈਕਟ ਐਂਡ ਵਰਬ, ਉਹਦਾ ਸਬਜੈਕਟ ਅਤੇ ਵਰਬ ਹੋਵੇ। ਮਸਟ ਐਕਸਪ੍ਰੈਸ ਏ ਕੰਪਲੀਟ ਥੋਟ, ਉਹਦਾ ਥੋਟ, ਉਹਦਾ ਮੀਨਿੰਗ ਕੰਪਲੀਟ ਹੋਣਾ ਚਾਹੀਦਾ ਹੈ। ਮਸਟ ਓਨਲੀ ਹੈਵ ਵਨ ਕਲੌਜ਼, ਅਤੇ ਉਹਦੇ 'ਚ ਇੱਕੋ ਹੀ ਕਲੌਜ਼ ਹੋਊਗੀ, ਔਰ ਉਹ ਕਲੌਜ਼ ਕਿਹੜੀ ਹੋਊਗੀ? ਇੰਡੀਪੈਂਡੈਂਟ ਕਲੌਜ਼ ਹੋਊਗੀ। ਉਸ ਨੂੰ ਅਸੀਂ ਸਿੰਪਲ ਸੈਂਟੈਂਸ ਕਹਾਂਗੇ। ਐਗਜ਼ਾਮਪਲਸ ਦੇਖੋ, ਜੀਵਨ ਵੈਂਟ ਟੂ ਦਾ ਸਟੋਰ, ਜੀਵਨ ਸਬਜੈਕਟ ਆ, ਵੈਂਟ ਵਰਬ ਆ।
ਇੱਕ ਸਬਜੈਕਟ ਆ ਇੱਕ ਵਰਬ ਆ, ਜੀਵਨ ਸਟੋਰ ਵਿੱਚ ਜਾਂਦਾ ਸੀ, ਕੰਪਲੀਟ ਮੀਨਿੰਗ ਹੈਗਾ, ਸਿੰਪਲ ਸੈਂਟੈਂਸ ਆ। ਸੋਨੂ ਐਂਡ ਜੱਸੀ ਆਰ ਗੋਇੰਗ ਟੂ ਸਵਿਮਿੰਗ ਵਿੱਚ ਮਿਸਿੰਗ ਹੈਗਾ, ਉਹ ਸਵਿਮਿੰਗ ਲਈ ਜਾ ਰਹੇ ਹਨ, ਠੀਕ ਹੈ ਨਾ, ਇਹਦਾ ਮੀਨਿੰਗ ਵੀ ਕੰਪਲੀਟ ਹੈਗਾ। ਸੋਨੂ ਤੇ ਜੱਸੀ ਜਿਹੜੇ ਇਹ ਸਬਜੈਕਟ ਆ, ਗੋਇੰਗ ਵਰਬ ਆ। ਤਾਂ ਫਰੋਗ ਜੰਪਡ ਐਂਡ ਲੈਂਡਡ ਇਨ ਦਾ ਪੌਂਡ, ਇਹ 'ਚ ਵੀ ਫਰੋਗ ਜਿਹੜਾ ਸਬਜੈਕਟ ਆ, ਜੰਪ ਐਂਡ ਲੈਂਡਡ ਜਿਹੜਾ ਉਹ ਵਰਬ ਆ। ਕੈਨ ਆਈ ਹੈਵ ਸਮ ਜੂਸ ਟੂ ਡਰਿੰਕ, ਆਈ ਸਬਜੈਕਟ ਆ, ਡਰਿੰਕ ਵਰਬ ਆ। ਦ ਪੀਜ਼ਾ ਸਮੈਲ ਡਿਲੀਸ਼ੀਅਸ, ਪੀਜ਼ਾ ਸਬਜੈਕਟ ਆ, ਸਮੈਲ ਵਰਬ ਆ। ਸੋ ਇੱਕ ਸਬਜੈਕਟ ਆ, ਇੱਕ ਵਰਬ ਆ ਅਤੇ ਮੀਨਿੰਗ ਕਲੀਅਰ ਆ, ਉਸ ਨੂੰ ਅਸੀਂ ਸਿੰਪਲ ਸੈਂਟੈਂਸ ਕਹਾਂਗੇ। ਕੰਪਾਊਂਡ ਸੈਂਟੈਂਸ, a compound sentence is a sentence that has at least two independent clauses joined by comma, semicolon or conjunction। ਹੁਣ ਕੰਪਾਊਂਡ ਸੈਂਟੈਂਸ ਕੀ ਆ, ਇਹਦੇ ਵਿੱਚ ਕੀ ਆ, ਦੋ ਇੰਡੀਪੈਂਡੈਂਟ ਕਲੌਜ਼ਸ ਹੋਣਗੀਆਂ, ਦੋ ਇੰਡੀਪੈਂਡੈਂਟ ਕਲੌਜ਼ਸ ਯਾਨੀ ਦੋ ਸਿੰਪਲ ਸੈਂਟੈਂਸ ਹੋਣਗੇ ਅਲੱਗ-ਅਲੱਗ, ਉਹਨਾਂ ਨੂੰ ਜੋੜਿਆ ਜਾਊਗਾ ਕੋਮੇ ਦੇ ਨਾਲ ਜਾਂ ਸੈਮੀ ਕੋਲਨ ਦੇ ਨਾਲ ਜਾਂ ਕਿਸੇ ਕੰਜੰਕਸ਼ਨ ਦੇ ਨਾਲ। ਕੰਜੰਕਸ਼ਨ ਇੱਕ ਸ਼ਬਦ ਹੁੰਦਾ ਜਿਵੇਂ ਐਂਡ, ਬਟ, ਇਫ, ਇਹ ਜਿਹੜੇ ਵਰਡ ਆ ਇਹ ਕੰਜੰਕਸ਼ਨ ਵਰਡ ਹੈਗੇ ਆ। ਐਨ ਇੰਡੀਪੈਂਡੈਂਟ ਕਲੌਜ਼ ਇਜ਼ ਏ ਕਲੌਜ਼ ਦੈਟ ਹੈਜ਼ ਏ ਸਬਜੈਕਟ ਐਂਡ ਵਰਬ ਐਂਡ ਫਾਰਮਸ ਏ ਕੰਪਲੀਟ ਥੋਟ। ਹੁਣ ਦੇਖੋ ਕੰਪਾਊਂਡ ਸੈਂਟੈਂਸ ਕੀ ਹੋਊਗਾ, ਜਿਹਦੇ ਵਿੱਚ ਦੋ ਇੰਡੀਪੈਂਡੈਂਟ ਕਲੌਜ਼ ਹੋਣਗੇ। ਜੇ ਇੱਕ ਇੰਡੀਪੈਂਡੈਂਟ ਕਲੌਜ਼ ਹੈ ਤਾਂ ਸਿੰਪਲ ਸੈਂਟੈਂਸ ਆ, ਜੇ ਦੋ ਇੰਡੀਪੈਂਡੈਂਟ ਕਲੌਜ਼ਸ ਹੈਗੀਆਂ ਇੱਕੋ ਸੈਂਟੈਂਸ ਦੇ ਵਿੱਚ ਤਾਂ ਉਹ ਕੰਪਾਊਂਡ ਸੈਂਟੈਂਸ ਆ। ਐਗਜ਼ਾਮਪਲ ਕੀ ਆ, ਦਿਸ ਹਾਊਸ ਇਜ਼ ਟੂ ਐਕਸਪੈਂਸਿਵ ਐਂਡ ਦੈਟ ਹਾਊਸ ਇਜ਼ ਟੂ ਸਮਾਲ। ਹੁਣ ਐਂਡ ਜਿਹੜਾ ਇਹਦੇ ਵਿੱਚ ਕੰਜੰਕਸ਼ਨ ਆ, ਦੋ ਸੈਂਟੈਂਸ ਹੈਗੇ, ਦਿਸ ਹਾਊਸ ਇਜ਼ ਟੂ ਐਕਸਪੈਂਸਿਵ, ਦੈਟ ਹਾਊਸ ਇਜ਼ ਟੂ ਸਮਾਲ, ਇਹਨਾਂ ਦੋਵਾਂ ਨੂੰ ਐਂਡ ਦੇ ਨਾਲ ਕੰਜੰਕਸ਼ਨ ਨਾਲ ਜੋੜਿਆ ਆ। ਦੋਵੇਂ ਆਪਣੇ ਆਪ 'ਚ ਇੰਡੀਪੈਂਡੈਂਟ, ਦੋਵਾਂ ਦਾ ਦੇਖੋ, ਹੁਣ ਦੇਖੋ ਦਿਸ ਹਾਊਸ ਇਜ਼ ਟੂ, ਇਹ ਘਰ ਬਹੁਤ ਮਹਿੰਗਾ ਹੈ, ਇਹਦਾ ਮੀਨਿੰਗ ਪੂਰਾ ਕੰਪਲੀਟ ਨਿਕਲਦਾ ਪਿਆ। ਦੈਟ ਹਾਊਸ ਇਜ਼ ਟੂ ਸਮਾਲ, ਇਹ ਘਰ ਬਹੁਤ ਛੋਟਾ ਹੈ, ਇਹ ਵੀ ਪੂਰਾ ਮੀਨਿੰਗ ਨਿਕਲਦਾ ਪਿਆ ਆ। ਤਾਂ ਆਪਣੇ ਆਪ ਵਿੱਚ ਇਹ ਦੋਵੇਂ ਇੰਡੀਪੈਂਡੈਂਟ ਕਲੌਜ਼ ਹੈਗੀਆਂ, ਇਹਨਾਂ ਨੂੰ ਐਂਡ ਕੰਜੰਕਸ਼ਨ ਨਾਲ ਜੋੜਿਆ ਆ, ਇਸ ਕਰਕੇ ਇਹ ਕੰਪਾਊਂਡ ਸੈਂਟੈਂਸ ਆ। ਟੂ ਇੰਡੀਪੈਂਡੈਂਟ ਕਲੌਜ਼ਸ ਇਹਦੇ ਵਿੱਚ ਯੂਜ਼ ਹੋਈਆਂ, ਠੀਕ ਹੈ। ਹੁਣ ਦੇਖੋ ਆ ਸਾਰਾ ਕੁਛ ਉਹਨੂੰ ਡਿਟੇਲ 'ਚ ਲਿਖਿਆ ਹੋਇਆ। ਅੱਗੇ ਆ ਜੀ ਲਾਸਟ ਸਾਡਾ ਕੰਪਲੈਕਸ ਸੈਂਟੈਂਸ। ਮੇਨ ਸਾਡਾ ਟਾਰਗੇਟ ਇਹਦੇ ਉੱਤੇ, ਕਿਉਂਕਿ ਇਹਨੂੰ ਥੋੜ੍ਹਾ ਸਮਝਣਾ ਔਖਾ ਆ। ਇੱਥੇ ਅਸਲ ਦੇ ਵਿੱਚ ਕਲੌਜ਼ਸ ਦਾ ਯੂਜ਼ ਕਿਵੇਂ ਕਰਨਾ, ਕੀ ਹੋਣਾ, ਉਹ ਸਾਨੂੰ ਪਤਾ ਲੱਗੂਗਾ। ਹੁਣ ਸਾਡੇ ਦਿਮਾਗ 'ਚ ਇੱਕ ਗੱਲ ਹੋਣੀ ਚਾਹੀਦੀ ਆ ਵੀ ਸਿੰਪਲ ਸੈਂਟੈਂਸ ਕੀ ਆ। ਸਿੰਪਲ ਸੈਂਟੈਂਸ ਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਹੋਊਗੀ, ਕੰਪਾਊਂਡ ਸੈਂਟੈਂਸ ਦੇ ਵਿੱਚ ਦੋ ਇੰਡੀਪੈਂਡੈਂਟ ਕਲੌਜ਼ਸ ਹੋਣਗੀਆਂ, ਜਿਹਨੂੰ ਕੰਜੰਕਸ਼ਨ ਨਾਲ, ਕੌਮੇ ਨਾਲ ਜਾਂ ਸੈਮੀ ਕੋਲਨ ਨਾਲ ਜੋੜਿਆ ਗਿਆ ਹੋਊਗਾ। ਦੋਵਾਂ ਦੀ ਡੈਫੀਨੇਸ਼ਨ ਕਲੀਅਰ ਹੋ ਗਈ। ਉਸ ਤੋਂ ਪਹਿਲਾਂ ਸੈਂਟੈਂਸ ਅਤੇ ਕਲੌਜ਼ ਦੀ ਡੈਫੀਨੇਸ਼ਨ ਕਲੀਅਰ ਸੀ ਸਾਨੂੰ, ਕੀ ਫਰਕ ਹੈਗਾ ਉਹਦੇ 'ਚ। ਹੁਣ ਲਾਸਟ ਹੈਗਾ ਕੰਪਲੈਕਸ ਸੈਂਟੈਂਸ। A complex sentence is a sentence that combines one independent clause with at least one dependent clause। ਹੁਣ ਇੱਥੋਂ ਫਰਕ ਪੈ ਗਿਆ, one independent with one dependent, ਇੱਕ ਇੰਡੀਪੈਂਡੈਂਟ ਕਲੌਜ਼ ਹੋਵੇ ਅਤੇ ਘੱਟੋ ਘੱਟ ਇੱਕ ਡਿਪੈਂਡੈਂਟ ਕਲੌਜ਼ ਹੋਵੇ। ਇੱਕ ਇੰਡੀਪੈਂਡੈਂਟ ਕਲੌਜ਼ ਹੋਵੇ ਜਿਹਨੂੰ ਮੇਨ ਕਲੌਜ਼ ਕਹਿੰਦੇ ਆ, ਜਿਹਨੂੰ ਅਸੀਂ ਪ੍ਰਿੰਸੀਪਲ ਕਲੌਜ਼ ਕਹਿੰਦੇ ਆ, ਅਤੇ ਘੱਟੋ ਘੱਟ ਇੱਕ ਡਿਪੈਂਡੈਂਟ ਕਲੌਜ਼ ਹੋਵੇ ਜਿਹਨੂੰ ਅਸੀਂ ਸਬਆਰਡੀਨੇਟ ਕਲੌਜ਼ ਕਹਿੰਦੇ ਆ, ਘੱਟੋ ਘੱਟ ਇੱਕ ਹੋਵੇ, ਠੀਕ ਹੈ ਜੀ। ਮੇਨ ਕਲੌਜ਼ ਜਿਹੜੀ ਉਹ ਇੱਕੋ ਹੀ ਹੋਣੀ ਹੈ। ਇਹ ਕਲੌਜ਼ ਇਜ਼ ਏ ਗਰੁੱਪ ਆਫ ਵਰਡਸ ਦੈਟ ਹੈਜ਼ ਬੋਥ ਸਬਜੈਕਟ ਐਂਡ ਵਰਬ। ਇਹਦੀ ਗੱਲ ਆਪਾਂ ਕਰ ਚੁੱਕੇ ਹਾਂ ਵੀ ਕਲੌਜ਼ ਕੀ ਹੁੰਦਾ, ਸ਼ਬਦਾਂ ਦਾ ਸਮੂਹ ਜਿਹਦੇ ਵਿੱਚ ਇੱਕ ਸਬਜੈਕਟ ਅਤੇ ਇੱਕ ਵਰਬ ਹੋਊਗਾ। ਐਂਡ ਇੰਡੀਪੈਂਡੈਂਟ ਕਲੌਜ਼ ਫਾਰਮ ਏ ਕੰਪਲੀਟ ਥਾਟ। ਇੰਡੀਪੈਂਡੈਂਸ ਕਲੌਜ਼ ਜਿਹੜੀ ਉਹਦਾ ਮੀਨਿੰਗ ਕੰਪਲੀਟ ਨਿਕਲਦਾ ਆ। ਡਿਪੈਂਡੈਂਟ ਕਲੌਜ਼ ਆਲਸੋ ਕਾਲਡ ਏ ਸਬਆਰਡੀਨੇਟ ਕਲੌਜ਼ ਡਜ਼ ਨਾਟ ਫਾਰਮ ਏ ਕੰਪਲੀਟ। ਤਾਂ ਡਿਪੈਂਡੈਂਟ ਕਲੌਜ਼ ਦਾ ਮੀਨਿੰਗ ਜਿਹੜਾ ਉਹ ਨਹੀਂ ਨਿਕਲਦਾ। ਆਪਾਂ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਇਹ ਗੱਲ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣੀ ਚਾਹੀਦੀ। ਡਿਪੈਂਡੈਂਟ ਕਲੌਜ਼ ਉਹ ਕਲੌਜ਼ ਹੁੰਦੀ ਜਿਹਦਾ ਅਰਥ ਪੂਰਾ ਸਪਸ਼ਟ ਨਹੀਂ ਹੁੰਦਾ ਉਹਦੇ 'ਚ ਵੀ ਇੱਕ ਸਬਜੈਕਟ ਆ ਅਤੇ ਇੱਕ ਵਰਬ ਹੈ, ਪਰ ਉਹਦਾ ਅਰਥ ਸਪਸ਼ਟ ਨਹੀਂ ਹੁੰਦਾ। ਜੇ ਉਹਦਾ ਅਰਥ ਸਪਸ਼ਟ ਹੋ ਜਾਵੇ ਤਾਂ ਉਹ ਇੰਡੀਪੈਂਡੈਂਟ ਕਲੌਜ਼ ਬਣ ਜਾਂਦੀ ਹੈ। ਹੁਣ ਇਹਦੇ ਐਗਜ਼ਾਮਪਲਸ ਦੇਖਦੇ ਹਾਂ। ਹੇਅਰ ਆਰ ਸਮ ਐਗਜ਼ਾਮਪਲਸ ਆਫ ਕੰਪਲੈਕਸ ਸੈਂਟੈਂਸਿਸ। ਆਲਦੋ ਦਲਜੀਤ had some doubts, she found the course very, ਅੱਗੇ ਕੁਛ ਮਿਸਿੰਗ ਹੋ ਗਿਆ, ਵੈਰੀ ਈਜ਼ੀ ਹੋਣਾ ਸੀਗਾ, ਸ਼ਾਇਦ ਕੱਟਿਆ ਗਿਆ।
ਸ਼ੀ ਫਾਊਂਡ ਦਾ ਕੋਰਸ ਇਜ਼ ਵੈਰੀ ਈਜ਼ੀ। ਹੁਣ ਇਸ ਦੇ ਵਿੱਚ ਐਗਜ਼ਾਮਪਲ ਦੇ ਵਿੱਚ ਕੀ ਹੈ, ਡਿਪੈਂਡੈਂਟ ਕਲੌਜ਼ ਹੈਗੀ ਆ ਆਲਦੋ ਦਿਲਜੀਤ ਹੈਜ਼ ਸਮ ਡਾਊਟਸ। ਇਹ ਡਿਪੈਂਡੈਂਟ ਕਲੌਜ਼ ਆ, ਬੇਸ਼ੱਕ ਦਿਲਜੀਤ ਦੇ ਕੁਛ ਸ਼ੰਕੇ ਸਨ। ਜੇ ਆਪਾਂ ਇਹ ਕਹਾਂਗੇ ਬੇਸ਼ੱਕ ਦਿਲਜੀਤ ਦੇ ਕੁਛ ਸ਼ੰਕੇ ਸਨ। ਸ਼ੀ ਫਾਊਂਡ ਦਾ ਕੋਰਸ ਵਿਵਹਾਰ, ਉਸਨੇ ਕੋਰਸ ਆਸਾਨ ਕਰ ਲਏ। ਇਹ ਜਿਹੜਾ ਇਹਦਾ ਮੀਨਿੰਗ ਨਿਕਲਦਾ, ਇਸ ਕਰਕੇ ਇਹ ਇੰਡੀਪੈਂਡੈਂਟ ਕਲੌਜ਼ ਹੈਗੀ ਆ। ਅਤੇ ਆਲਦੋ ਦਿਲਜੀਤ ਹੈ ਉਹਦੇ ਕੁਛ ਸ਼ੰਕੇ ਸਨ, ਬੇਸ਼ੱਕ ਉਹਦੇ ਕੁਛ ਸ਼ੰਕੇ ਹਨ। ਇਹ ਕਲੀਅਰ ਨਹੀਂ ਹੁੰਦਾ ਇਹਦਾ ਮੀਨਿੰਗ, ਸੋ ਇਸ ਕਰਕੇ ਇਹ ਸਾਡਾ ਕੀ ਆ, ਡਿਪੈਂਡੈਂਟ ਕਲੌਜ਼ ਆ, ਸਬਆਰਡੀਨੇਟ ਕਲੌਜ਼ ਆ, ਜਿਹੜਾ ਕਿ ਸ਼ੀ ਫਾਊਂਡ ਦਾ ਕੋਰਸ ਵੈਰੀ ਈਜ਼ੀ 'ਤੇ ਡਿਪੈਂਡ ਕਰਦਾ। ਸੈਕਿੰਡ ਸੈਂਟੈਂਸ ਦੇਖਦੇ ਹਾਂ। ਕੰਪਿਊਟਰਸ ਹੈਵ ਕਮ ਏ ਲੌਂਗ ਵੇ ਸਿੰਸ ਦੇ ਫਸਟ ਕੇਮ ਔਨ ਦਾ ਮਾਰਕੀਟ। ਕੰਪਿਊਟਰਸ ਨੂੰ ਬਹੁਤ ਲੰਮਾ ਸਫ਼ਰ ਤੈਅ ਕਰਨਾ ਪਿਆ। ਕੰਪਿਊਟਰਸ ਨੂੰ ਬਹੁਤ ਲੰਮਾ ਸਫ਼ਰ ਤੈਅ ਕਰਨਾ ਪਿਆ। ਤਾਂ ਸੋਚੋ ਬੱਚਿਓ, ਇਹਦਾ ਅਰਥ ਨਿਕਲ ਰਿਹਾ ਹੈ, ਨਿਕਲ ਰਿਹਾ ਹੈ। ਇਸ ਕਰਕੇ ਕਿਹੜੀ ਕਲੌਜ਼ ਹੋਊਗੀ, ਇੰਡੀਪੈਂਡੈਂਟ ਕਲੌਜ਼ ਹੋਊਗੀ, ਪ੍ਰਿੰਸੀਪਲ ਕਲੌਜ਼ ਹੋਊਗੀ, ਮੇਨ ਕਲੌਜ਼ ਹੋਊਗੀ। ਅੱਗੇ ਸਿੰਸ ਦੇ ਫਸਟ ਕੇਮ ਔਨ ਦਾ ਮਾਰਕੀਟ, ਜਦੋਂ ਉਹ ਪਹਿਲਾਂ ਮਾਰਕੀਟ ਵਿੱਚ ਆਇਆ, ਬਾਜ਼ਾਰ ਵਿੱਚ ਆਇਆ, ਜਦੋਂ ਉਹ ਪਹਿਲਾਂ ਮਾਰਕੀਟ ਵਿੱਚ ਆਇਆ। ਜੇ ਆਪਾਂ ਇਹ ਨਹੀਂ ਗੱਲ ਕਹਾਂਗੇ ਤਾਂ ਸਾਡਾ ਅਰਥ ਜਿਹੜਾ ਆ ਉਹ ਪੂਰਾ ਨਹੀਂ ਨਿਕਲਦਾ। ਜੇ ਉਹ ਅਰਥ ਪੂਰਾ ਨਹੀਂ ਨਿਕਲਦਾ ਤਾਂ ਕਿਹੜੀ ਕਲੌਜ਼ ਆ, ਡਿਪੈਂਡੈਂਟ ਕਲੌਜ਼ ਆ, ਜਿਹਨੂੰ ਅਸੀਂ ਸਬਆਰਡੀਨੇਟ ਕਲੌਜ਼ ਵੀ ਕਹਿੰਦੇ ਹਾਂ। ਸੋ ਮੇਰੇ ਖਿਆਲ ਨਾਲ ਤੁਹਾਡੇ ਦਿਮਾਗ ਦੇ ਵਿੱਚ ਗੱਲ ਸਾਰੀ ਫਿੱਟ ਹੋ ਗਈ ਹੋਊਗੀ ਵੀ ਕੀ ਡਿਪੈਂਡੈਂਟ ਕਲੌਜ਼ ਆ ਅਤੇ ਕੀ ਇੰਡੀਪੈਂਡੈਂਟ ਕਲੌਜ਼ ਆ। ਹੁਣ ਅੱਗੇ ਕੁਛ ਹੋਰ ਦੇਖਦੇ ਹਾਂ। ਇੱਕ ਸਬਆਰਡੀਨੇਟਿੰਗ ਕੰਜੰਕਸ਼ਨਸ ਹੁੰਦੀਆਂ, ਸਬਆਰਡੀਨੇਟ ਕਲੌਜ਼ ਅਤੇ ਸਬਆਰਡੀਨੇਟ ਕੰਜੰਕਸ਼ਨ। ਸਬਆਰਡੀਨੇਟ ਕਲੌਜ਼ ਮਤਲਬ ਡਿਪੈਂਡੈਂਟ ਕਲੌਜ਼, ਸਬਆਰਡੀਨੇਟ ਕਲੌਜ਼ ਮਤਲਬ ਡਿਪੈਂਡੈਂਟ ਕਲੌਜ਼। ਸਬਆਰਡੀਨੇਟ ਕੰਜੰਕਸ਼ਨ ਕਿਹੜੀਆਂ ਕਿਹੜੀਆਂ ਦੇਖੋ, ਆ ਦਿੱਤੀਆਂ ਹੋਈਆਂ। ਆਲਦੋ, ਸਿੰਸ, ਵੈਨ, ਵਿਚ, ਹੂ, ਹੂਜ਼, ਬਿਕੋਜ਼, ਅਨਲੈਸ, ਵੇਅਰ ਐਜ਼, ਵਾਈਲ, ਹੂ ਐਵਰ। ਇੱਥੇ ਦੱਸਣ ਦਾ ਮਤਲਬ ਇਹ ਹੈ ਵੀ ਜਿੱਥੇ ਇਹ ਲੱਗੀਆਂ ਹੋਣਗੀਆਂ ਉਸ ਤੋਂ ਅੱਗੇ ਸੈਂਟੈਂਸ ਦਾ ਜਿਹੜਾ ਕੁਛ ਹਿੱਸਾ ਜਿਹੜਾ ਹੋਊਗਾ ਉਹ ਸਾਰਾ ਸਬਆਰਡੀਨੇਟ ਕਲੌਜ਼ ਹੋਊਗਾ ਜਾਂ ਡਿਪੈਂਡੈਂਟ ਕਲੌਜ਼ ਹੋਊਗਾ। ਯਾਨੀ ਇਹਨਾਂ ਕੰਜੰਕਸ਼ਨਸ ਦੇ ਨਾਲ ਜਿੱਥੋਂ ਸੈਂਟੈਂਸ ਸ਼ੁਰੂ ਹੁੰਦਾ ਹੋਊਗਾ ਉਹ ਡਿਪੈਂਡੈਂਟ ਕਲੌਜ਼ ਹੋਊਗੀ, ਉਹ ਸਬਆਰਡੀਨੇਟ ਕਲੌਜ਼ ਹੋਊਗੀ। ਉਸ ਤੋਂ ਬਾਕੀ ਜਿਹੜਾ ਪਹਿਲੇ ਵਾਲਾ ਹਿੱਸਾ ਜਾਂ ਬਾਅਦ ਵਾਲਾ ਹਿੱਸਾ ਜਿਹੜਾ ਆ ਉਹ ਤੁਹਾਡਾ ਜਿਹੜਾ ਆ ਪ੍ਰਿੰਸੀਪਲ ਕਲੌਜ਼ ਹੋਏਗਾ। ਇਹਨਾਂ ਕੰਜੰਕਸ਼ਨ ਨੂੰ ਤੁਸੀਂ ਯਾਦ ਕਰ ਲੈਣਾ ਆ। ਹੁਣ ਕੁਛ ਚੀਜ਼ਾਂ ਹੋ ਰਿਹਾ, ਇਹਨੂੰ ਸਿੰਪਲ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ। ਸਿੰਪਲ ਸੈਂਟੈਂਸ ਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਹੋਏਗੀ। ਕੰਪਾਊਂਡ ਸੈਂਟੈਂਸ ਦੇ ਵਿੱਚ ਇੰਡੀਪੈਂਡੈਂਟ ਕਲੌਜ਼ ਅਤੇ ਇੱਕ ਹੋਰ ਇੰਡੀਪੈਂਡੈਂਟ ਕਲੌਜ਼ ਉਹਨੂੰ ਜੋੜਿਆ ਗਿਆ ਹੋਊਗਾ। ਕਿਹਦੇ ਨਾਲ, ਕੰਜੰਕਸ਼ਨ ਨਾਲ, ਕੌਮੇ ਨਾਲ ਜਾਂ ਸੈਮੀ ਕੋਲਨ ਨਾਲ। ਕੰਪਲੈਕਸ ਸੈਂਟੈਂਸ ਉਹਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਹੋਊਗੀ, ਘੱਟੋ ਘੱਟ ਇੱਕ ਡਿਪੈਂਡੈਂਟ ਕਲੌਜ਼ ਹੋਊਗੀ। ਇੱਕ ਤੋਂ ਜ਼ਿਆਦਾ ਡਿਪੈਂਡੈਂਟ ਕਲੌਜ਼ਸ ਵੀ ਹੋ ਸਕਦੀਆਂ। ਇੰਡੀਪੈਂਡੈਂਟ ਕਲੌਜ਼ ਇੱਕ ਹੀ ਹੋਊਗੀ, ਪਰ ਉਸ ਤੋਂ ਜਿਹੜੀਆਂ ਡਿਪੈਂਡੈਂਟ ਕਲੌਜ਼ਸ ਆ ਉਹ ਇੱਕ ਹੋ ਸਕਦੀਆਂ ਅਤੇ ਦੋ ਵੀ ਹੋ ਸਕਦੀਆਂ ਅਤੇ ਤਿੰਨ ਵੀ ਹੋ ਸਕਦੀਆਂ। ਕੰਪਲੈਕਸ ਸੈਂਟੈਂਸ ਵਿੱਚ ਇਹ ਡੈਫੀਨੇਸ਼ਨ ਕਲੀਅਰ ਕਰਨ ਦੇ ਵਿੱਚ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਿਆ ਹੈ। ਹੁਣ ਸਿੰਪਲ ਕਲੌਜ਼ਸ ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਆਈ ਕੈਨ ਸਪੀਕ ਇੰਗਲਿਸ਼, ਆਈ ਐਮ ਹੈਪੀ, ਸ਼ੀ ਕਰਾਈਜ਼। ਦੇਖੋ ਇੱਕ ਸਬਜੈਕਟ ਆ, ਇੱਕ ਵਰਬ ਆ। ਕੰਪਾਊਂਡ, I want to go to work but I am tired. I ਸਬਜੈਕਟ ਆ, want ਵਰਬ ਆ, I ਸਬਜੈਕਟ ਆ, tired ਵਰਬ ਆ, ਜੋੜਿਆ but ਦੇ ਨਾਲ, but ਕੰਜੰਕਸ਼ਨ ਦੇ ਨਾਲ। ਦੋ ਇਹ ਇੰਡੀਪੈਂਡੈਂਟ ਕਲੌਜ਼ਸ ਹੈਗੀਆਂ, ਦੋਨਾਂ ਨੂੰ ਕੰਜੰਕਸ਼ਨ ਦੇ ਨਾਲ but ਨਾਲ ਜੋੜਿਆ ਤਾਂ ਇਹ ਕੰਪਾਊਂਡ ਸੈਂਟੈਂਸ ਆ। I will kill you or you will kill me. ਮੈਂ ਤੁਹਾਨੂੰ ਮਾਰ ਦੇਵਾਂਗਾ, ਇਹ ਵੀ ਕੰਪਲੀਟ ਸੈਂਟੈਂਸ ਹੈ। ਤੁਸੀਂ ਮੈਨੂੰ ਮਾਰ ਦਿਓਗੇ, ਇਹ ਵੀ ਕੰਪਲੀਟ। ਇਹਨੂੰ ਔਰ ਦੇ ਨਾਲ ਜੋੜਿਆ ਕੰਜੰਕਸ਼ਨ ਨਾਲ, ਇਹ ਕੰਪਾਊਂਡ ਸੈਂਟੈਂਸ ਹੈ। ਆਈ ਐਮ ਸਿਟਿੰਗ ਐਂਡ ਹੀ ਇਜ਼ ਸਲੀਪਿੰਗ, ਇਹ ਵੀ ਦੋ ਇੰਡੀਪੈਂਡੈਂਟ ਕਲੌਜ਼ਸ ਹੈਗੀਆਂ। ਐਗਜ਼ਾਮਪਲ ਦਿੱਤੀ ਹੋਈ ਤੁਹਾਨੂੰ ਕੰਪਾਊਂਡ ਸੈਂਟੈਂਸ ਦੀ। ਹੁਣ ਅੱਗੇ ਕੰਪਲੈਕਸ ਕਲੌਜ਼ ਜਿਹੜੀ ਹੈਗੀ ਆ, ਆਲਦੋ ਹੀ ਵਾਜ਼ ਵੈਲਦੀ ਸਟਿਲ ਹੀ ਵਾਜ਼ ਅਨਹੈਪੀ। ਹੁਣ ਆਲਦੋ ਜਿਹੜੀ ਕੰਜੰਕਸ਼ਨ ਹੈਗੀ ਆ, ਸਬਆਰਡੀਨੇਟ ਕੰਜੰਕਸ਼ਨ ਹੈਗੀ ਆ। ਆਲਦੋ ਹੀ ਵਾਜ਼ ਵੈਲਦੀ
ਇਹ ਡਿਪੈਂਡੈਂਟ ਕਲੌਜ਼ ਹੈਗੀ ਆ। ਵੈਨ ਐਵਰ ਪ੍ਰਾਈਸਿਸ ਗੋਜ਼ ਅਪ, ਜਦੋਂ ਪ੍ਰਾਈਸ ਕੀਮਤਾਂ ਵਧਣਗੀਆਂ, ਜਦੋਂ ਕੀਮਤਾਂ ਵਧਣਗੀਆਂ, ਇਹ ਡਿਪੈਂਡੈਂਟ ਕਲੌਜ਼ ਹੈਗੀ ਆ। ਵੈਨ ਐਵਰ ਯੂ ਗੋ, ਜਦੋਂ ਤੁਸੀਂ ਜਾਓਗੇ, ਇਹ ਡਿਪੈਂਡੈਂਟ ਕਲੌਜ਼ ਹੋ ਗਈ ਕਿਉਂਕਿ ਇਹਦਾ ਅਰਥ ਨਹੀਂ ਨਿਕਲਦਾ। ਯੂ ਕੈਨ ਆਲਵੇਜ਼ ਫਾਈਂਡ ਬਿਊਟੀ, ਤੁਹਾਨੂੰ ਸੁੰਦਰਤਾ ਹਮੇਸ਼ਾ ਦਿਖੂਗੀ, ਲੱਭੂਗੀ। ਤਾਂ ਇਹ ਜਿਹੜਾ ਹੈਗਾ ਇਹਦਾ ਅਰਥ ਨਿਕਲਦਾ ਆ, ਇਹ ਪ੍ਰਿੰਸੀਪਲ ਕਲੌਜ਼ ਹੈ, ਇਹ ਮੇਨ ਕਲੌਜ਼ ਹੈ। ਸੋ ਇਹ ਸਾਡੀਆਂ ਐਗਜ਼ਾਮਪਲਸ ਹੈਗੀਆਂ, ਇਹ ਸਾਡਾ ਜਿਹੜਾ ਮੀਨਿੰਗ ਹੈਗਾ। ਅਤੇ ਆਪਾਂ ਜਿਹੜਾ ਆ ਹੁਣ ਸਿੰਪਲ ਸੈਂਟੈਂਸ, ਕੰਪਲੈਕਸ ਸੈਂਟੈਂਸ ਅਤੇ ਕੰਪਾਊਂਡ ਸੈਂਟੈਂਸ ਬਾਰੇ ਕਰ ਰਿਹਾ, ਕਲੌਜ਼ ਦੇ ਬਾਰੇ ਕਰ ਰਿਹਾ, ਇੰਡੀਪੈਂਡੈਂਟ ਕਲੌਜ਼ ਦੇ ਬਾਰੇ ਕਰ ਲਿਆ, ਡਿਪੈਂਡੈਂਟ ਕਲੌਜ਼ ਦੇ ਬਾਰੇ ਕਰ ਲਿਆ, ਅਤੇ ਸੈਂਟੈਂਸ ਅਤੇ ਕਲੌਜ਼ ਦੇ ਵਿੱਚ ਕੀ ਫਰਕ ਹੈ ਇਹ ਵੀ ਕਰ ਲਿਆ। ਅਤੇ ਜੇ ਬੱਚੇ ਇਹ ਸਾਰਾ ਕੁਛ ਕਲੀਅਰ ਹੋਊਗਾ ਤਾਂ ਅੱਗੇ ਅਸੀਂ ਜਿਹੜਾ ਅਗਲਾ ਟੌਪਿਕ ਕਰਾਂਗੇ ਕੰਪਲੈਕਸ ਸੈਂਟੈਂਸ ਦੇ ਵਿੱਚ ਨਾਊਨ ਕਲੌਜ਼, ਐਡਵਰਬ ਕਲੌਜ਼ ਅਤੇ ਐਡਜੈਕਟਿਵ ਕਲੌਜ਼। ਉਹ ਫਿਰ ਹੀ ਸਾਨੂੰ ਕਲੀਅਰ ਹੋਣਗੇ ਜੇ ਸਾਨੂੰ ਇੰਨਾ ਕਲੀਅਰ ਹੋਊਗਾ। ਥੈਂਕਸ।